ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਗਤ ਆਏ ਲਗਿਓ ਦੀਵਾਨ, बीच विराजै है कृपा निधान। श्री मुख ते बोले बच ऐसे, निकसे कमल खिरे अल जैसे। वाहिगुरु जी का खालसा वाहिगुरु जी की फतेह। गुरु की साजी नवाजी गुरु खालसा साध संगत जी। ਆਪ ਜੀ ਅਤਿਅੰਤ ਵਡਭਾਗੇ ਹੋ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠ ਕਰਕੇ ਸੋਧਾ ਰਹਿਰਾਸ ਸਾਹਿਬ ਦੇ ਪਾਠ ਆਰਤੀ ਆਰਤੇ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਤੇ ਗੁਰ ਇਤਿਹਾਸ ਸਰਵਣ ਕਰੀਏ। ਕਿਵੇਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਉਹ ਕਥਾ ਸ਼ੁਰੂ ਹੋਈ ਹੈ। ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਪੋਥੀਆਂ ਦੇ ਦਰਸ਼ਨ ਕਰਕੇ ਕੋਈ ਬਚਨ ਕਹਿ ਰਹੇ ਨੇ। ਆਓ ਆਪਾਂ ਸੁਣੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਗਤ ਆਏ ਲਗਿਓ ਦੀਵਾਨ। ਮਹਾਰਾਜ ਸਾਹਿਬ ਜੀ ਪੋਥੀਆਂ ਲੈ ਆਏ ਸਨ। ਰਾਤ ਪੋਥੀਆਂ ਥੜੇ ਸਾਹਿਬ ਤੇ ਰਹੀਆਂ। ਗੁਰੂ ਮਹਾਰਾਜ ਸਾਹਿਬ ਜੀ ਨੇ ਅਗਲੇ ਦਿਨ ਉੱਥੇ ਦੀਵਾਨ ਸਜਾਇਆ। ਬਹੁਤ ਸਾਰੀਆਂ ਸੰਗਤਾਂ ਆ ਕੇ ਬੈਠ ਗਈਆਂ। बीच बिराजै है कृपा निधान। ਮਹਾਰਾਜ ਦੀਵਾਨ ਦੇ ਵਿੱਚ ਬਿਰਾਜਮਾਨ ਹੋਏ ਹਨ। श्री मुख ते बोले बच ऐसे। ਧੰਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਸੁਭਾਏਮਾਨ ਸੁੰਦਰ ਮੁਖ ਤੋਂ ਇਸ ਤਰ੍ਹਾਂ ਦੇ ਬਚਨ ਕਰਦੇ ਹਨ। ਨਿਕਸੇ ਕਮਲ ਖਿਰੇ ਅਲ ਜੈਸੇ। ਜਿਵੇਂ ਕਮਲ ਖਿੜਦਾ ਹੈ ਦੇ ਵਿੱਚੋਂ ਭੌਰੇ ਨਿਕਲਦੇ ਹਨ, ਇਸ ਤਰ੍ਹਾਂ ਦੇ ਬਚਨ ਸਾਧ ਸੰਗਤ ਜੀ ਮਹਾਰਾਜ ਦੇ ਮੁਖ ਕਮਲ ਵਿੱਚੋਂ ਨਿਕਲੇ ਹਨ। ਚਿਤ ਦੈ ਸੁਨ ਭਾਈ ਗੁਰਦਾਸ। ਮਹਾਰਾਜ ਕਹਿੰਦੇ, ਹੈ ਭਾਈ ਗੁਰਦਾਸ ਜੀ ਆਪ ਧਿਆਨ ਦੇ ਕੇ ਚਿਤ ਲਾ ਕੇ ਸੁਣੋ। ਪਰ ਉਪਕਾਰ ਵੱਡੋ ਸੁਖ ਰਾਸ। ਇਹ ਭਾਈ ਗੁਰਦਾਸ ਜੀ ਇਸ ਦੁਨੀਆ ਦਾ ਭਲਾ ਕਰਨ ਲਈ, ਇਹਨਾਂ ਲੋਕਾਂ ਦੇ ਪਰਉਪਕਾਰ ਕਰਨ ਲਈ ਵੱਡਾ ਕਾਰਜ ਕਰੀਏ, ਜਿਹੜਾ ਰਹਿੰਦੀ ਦੁਨੀਆ ਤੱਕ ਸੰਸਾਰ ਦੇ ਲੋਕਾਂ ਦਾ ਭਲਾ ਹੁੰਦਾ ਰਵੇ। ਹਾਂਜੀ, ਦੇਖ ਦੇਖ ਕਰ ਸਭ ਕੋ ਥੀਨ। ਮਹਾਰਾਜ ਸਾਹਿਬ ਕਹਿੰਦੇ ਸਾਰੀਆਂ ਪੋਥੀਆਂ ਦੇ ਦਰਸ਼ਨ ਕਰੀਏ ਤੇ ਪੋਥੀਆਂ ਦੇ ਵਿੱਚੋਂ ਗੁਰੂ ਸਾਹਿਬਾਂ ਦੀ ਗੁਰਬਾਣੀ ਚੁਣ ਚੁਣ ਕੇ ਹਿਸਾਬ ਦੇ ਨਾਲ, ਵੀ ਜਿਵੇਂ ਰਾਗਾਂ ਦੀ ਤਰਤੀਬ ਦੇ ਕੇ ਛੰਤਾਂ ਦੀ ਬਾਣੀ ਵੱਖਰੀ, ਅਸ਼ਟਪਦੀਆਂ ਵੱਖਰੀਆਂ, ਚੌਪਦੇ ਦੋਪਦੇ ਤਿਪਦੇ ਵੱਖਰੇ, ਇਹ ਬੜੇ ਤਰੀਕੇ ਨਾਲ ਤਰਤੀਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖੀਏ। ਕਰੋ ਗ੍ਰੰਥ ਸਾਹਿਬ ਰਸ ਪੀਨ। ਇੱਕ ਐਸਾ ਗੁਰੂ ਮਹਾਰਾਜ ਦਾ ਸਰੂਪ ਤਿਆਰ ਕਰੀਏ ਗੁਰਬਾਣੀ ਦਾ, ਜਿਹਨੂੰ ਪੜ੍ਹ ਕੇ ਸੁਣ ਕੇ ਬੇਅੰਤ ਜੀਵਾਂ ਦਾ ਭਲਾ ਹੋ ਜਾਵੇ। ਸੁਮਤ ਬਿਲੋਚਨ ਜਿਨ ਕੇ ਨਾਹੇ ਨਾ। ਜਿਨ੍ਹਾਂ ਜੀਵਾਂ ਕੋਲ ਬੁੱਧੀ ਰੂਪੀ ਅੱਖਾਂ ਨਹੀਂ ਹਨ। ਸਮਦਮ ਸਬਲ ਸੁਬਾਹਨ ਜਾਹੇ ਨਾ। ਜਿਨ੍ਹਾਂ ਦੇ ਕੋਲ ਸਮਦਮ ਰੂਪੀ ਬਾਹਾਂ ਵੀ ਨਹੀਂ ਹਨ। ਤਪ ਮਖ ਪਗ ਤੇ ਜੇ ਨਰਹੀ ਨੇ। ਤਪੱਸਿਆ ਔਰ ਜਗ ਆਦਿਕ ਪੈਰਾਂ ਤੋਂ ਜਿਹੜੇ ਹੀਣੇ ਹਨ। ਤਿਨ ਹਿਤ ਸੇਤ ਰਚਹੁ ਤੇ ਹਿਤ ਦੀਨੇ। ਉਹਨਾਂ ਦੇ ਵਾਸਤੇ ਪੁਲ ਬਣਾ ਦਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਤਾਹੇ, ਕਿ ਮੈਂ ਲੂਲਾ ਲੰਗੜਾ ਟੁੰਡਾ ਅੰਨਾ ਆ, ਮੈਂ ਪਰਮਾਤਮਾ ਦੇ ਵਾਹਿਗੁਰੂ ਦੇ ਗਲ ਕਿਵੇਂ ਲੱਗਾ, ਕਿਵੇਂ ਉਹਦੇ ਤੱਕ ਪਹੁੰਚਾਂ। ਇਹ ਸਾਡੀ ਗੱਲ ਦੱਸੀ ਹੈ ਮਨੁੱਖਾਂ ਦੀ। ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦੇ ਕੋਲ ਤਪੱਸਿਆ ਰੂਪੀ ਜਗ ਰੂਪੀ ਪੈਰ ਨਹੀਂ ਹਨ, ਸਮਦਮ ਆਦਿਕ ਜਿਨ੍ਹਾਂ ਦੇ ਕੋਲ ਹੱਥ ਨਹੀਂ ਹਨ, ਲੂਲੇ ਲੰਗੜੇ ਹਨ, ਔਰ ਸੁਬੁੱਧੀ ਰੂਪੀ ਸ੍ਰੇਸ਼ਟਮਤੀ ਰੂਪੀ ਅੱਖਾਂ ਨਹੀਂ ਹਨ, ਉਹਨਾਂ ਨੂੰ ਪੁਲ ਬਣਾ ਕੇ ਦੇ ਦਈਏ
ਤਾਂ ਕਿ ਉਹ ਸੌਖੇ ਹੀ ਭਵ ਸਾਗਰ ਤੋਂ ਪਾਰ ਲੰਘ ਜਾਣ। ਸਾਗਰ ਅਗਨ ਸੰਸਾਰ ਅਗਾਹੂ। ਇਹ ਸੰਸਾਰ ਸਾਗਰ ਅੱਗ ਦਾ ਹੈ, ਇੱਕ ਪਾਣੀ ਦਾ ਸਮੁੰਦਰ ਹੈ, ਉਹਦੇ ਤੋਂ ਤਾਂ ਜਹਾਜ਼ਾਂ ਨਾਲ ਤਰ ਜਾਈਦਾ, ਪਰ ਜਿਹੜਾ ਅੱਗ ਦਾ ਸਮੁੰਦਰ ਹੈ ਇਸ ਤੋਂ ਕਿਵੇਂ ਤਰੀਏ? ਅੱਗ ਦੇ ਸਮੁੰਦਰ ਤੋਂ ਤਾਰਨ ਵਾਸਤੇ ਗੁਰਬਾਣੀ ਦਾ ਜਹਾਜ਼ ਬਣਾਈਏ। ਜਿਸ ਪੁਲ ਆਸਰੈ ਇਹ ਤਰ ਜਾਹੂ। ਇਹੋ ਜਿਹਾ ਪੁਲ ਬਣਾਵਾਂਗੇ ਜਿਹਦੇ ਆਸਰੇ ਤੇ ਇਹ ਸਾਰੇ ਤਰ ਜਾਣਗੇ। ਸੋਚਿਤ ਲਾਏ ਬਨਾਵਨ ਕੀਜਹਿ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਤੁਸੀਂ ਧਿਆਨ ਲਾ ਕੇ ਸਾਰੇ ਪਾਸਿਓਂ ਆਪਣੀ ਬਿਰਤੀ ਹਟਾ ਕੇ ਕੇਵਲ ਗੁਰਬਾਣੀ ਦੀ ਸੰਪਾਦਨਾ ਤੇ ਆਪਣਾ ਧਿਆਨ ਲਾਓ, ਇਸ ਪਾਸੇ ਆਪਣੀ ਬਿਰਤੀ ਲਾਓ ਤੇ ਇਹ ਕਾਰਜ ਛੇਤੀ ਕਰੀਏ। ਨਰ ਅਸੰਖ ਕੋ ਹਿਤ ਕਰ ਦੀਜਹਿ। ਅਸੰਖ ਹੀ ਬੇਅੰਤ ਹੀ ਜੀਵਾਂ ਦਾ ਭਲਾ ਕਰੀਏ। ਮਹਾਂਪੁਰਖ ਕੋ ਜਗਤਨ ਧਾਰਨ। ਮਹਾਰਾਜ ਕਹਿੰਦੇ ਮਹਾਂਪੁਰਸ਼ਾਂ ਦਾ ਜਗਤ ਦੇ ਵਿੱਚ ਜੋ ਜਨਮ ਹੁੰਦਾ ਹੈ, ਜਗਤ ਵਿੱਚ ਜੋ ਸਾਧੂ ਮਹਾਤਮਾ ਆਉਂਦੇ ਹਨ, ਅਨਗਨ ਨਰਨ ਸ੍ਰੇਯ ਕੇ ਕਾਰਨ। ਉਹਨਾਂ ਦਾ ਸੰਸਾਰ ਦੇ ਭਲੇ ਲਈ ਆਉਣਾ ਹੁੰਦਾ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਅਨੰਤ ਬੇਅੰਤ ਜੀਵਾਂ ਦਾ ਭਲਾ ਕਰਨ ਲਈ, ਬਹੁਤ ਸਾਰੇ ਲੋਕਾਂ ਦਾ ਉਪਕਾਰ ਕਰਨ ਲਈ ਸਾਧੂ ਆਉਂਦੇ ਹਨ। ਜੇ ਮਹਾਂਪੁਰਸ਼ ਦੁਨੀਆ ਤੇ ਆ ਕੇ ਕਿਸੇ ਦਾ ਭਲਾ ਨਹੀਂ ਕਰ ਸਕੇ, ਫਿਰ ਉਹ ਮਹਾਂਪੁਰਸ਼ ਕਾਹਦੇ ਹੋਏ? ਸੋ ਅਸੀਂ ਸੰਸਾਰ ਤੇ ਆਏ ਹਾਂ, ਅਸੀਂ ਦੁਨੀਆ ਦਾ ਭਲਾ ਕਰਨਾ ਹੈ ਤੇ ਭਲਾ ਗੁਰਬਾਣੀ ਨਾਲ ਹੀ ਹੋਣਾ। ਇਸ ਕਰਕੇ ਭਾਈ ਸਾਹਿਬ ਜੀ, ਤੁਸੀਂ ਉਦਮ ਕਰੋ, ਕਮਰ ਕੱਸਾ ਕਰੋ, ਇਹ ਕਾਰਜ ਕਰੀਏ ਆਪਾਂ। ਹਾਂਜੀ, ਯਹਾਂ ਤੇ ਅਬ ਕੋ ਥਾਨ ਨਿਹਾਰੋ। ਇਸ ਕਰਕੇ ਪਹਿਲਾਂ ਤਾਂ ਕੋਈ ਚੰਗੀ ਜਗ੍ਹਾ ਚੁਣੀਏ, ਸਾਫ ਸੁਥਰੀ ਥਾਂ ਹੋਵੇ, ਰੌਲੇ ਗੌਲੇ ਵਾਲੀ ਥਾਂ ਨਹੀਂ ਚਾਹੀਦੀ, ਗੰਦੀ ਅਪਵਿੱਤਰ ਥਾਂ ਨਹੀਂ ਚਾਹੀਦੀ, ਪਵਿੱਤਰ ਥਾਂ ਹੋਵੇ, ਸਾਫ ਸੁਥਰੀ ਹੋਵੇ, ਸ਼ਾਂਤੀ ਵਾਲੀ ਹੋਵੇ। ਉੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਹਿ ਕੇ ਲਿਖੀਏ ਆਪਾਂ। ਹਾਂਜੀ, ਹੋਏ ਇਕਾਕੀ ਸੁੰਦਰ ਸਾਰੋ। ਔਰ ਸਾਰੀ ਜਗ੍ਹਾ ਸਾਫ ਸੁਥਰੀ ਇਕਾਂਤ ਹੋਵੇ, ਉੱਥੇ ਕੋਈ ਰੌਲਾ ਰੱਪਾ ਨਾ ਹੋਵੇ। ਚਹਿਰਤ ਹੋਏ ਹਰਖ ਵਿਸਾਲਾ। ਜਿਹਨੂੰ ਵੇਖ ਕੇ, ਜਿਹਦੇ ਦਰਸ਼ਨ ਕਰਕੇ ਮਨ ਖੁਸ਼ ਹੁੰਦਾ ਹੋ। ਜਗ੍ਹਾ ਇਹੋ ਜਿਹੀ ਚਾਹੀਦੀ ਹੈ, ਹਰਿਆਲੀ ਵਾਲੀ ਹੋਵੇ, ਸੋਹਣੀ ਛਾਇਆਦਾਰ ਹੋਵੇ, ਬੂਟੇ ਲੱਗੇ ਹੋਣ, ਦਰਖਤ ਲੱਗੇ ਹੋਣ, ਜਲ ਵੀ ਕੋਲ ਹੋਵੇ ਅਤੇ ਆਲੇ ਦੁਆਲੇ ਕਿਸੇ ਤਰ੍ਹਾਂ ਦਾ ਰੌਲਾ ਰੱਪਾ ਨਾ ਹੋਵੇ। ਹਾਂਜੀ, ਹਰਿਆਵਲ ਅਵਨੀ ਤਰ ਜਾਲਾ। ਬਹੁਤ ਸਾਰੀ ਹਰਿਆਵਲ ਹੋਵੇ ਸਾਰੀ ਧਰਤੀ ਦੇ ਉੱਤੇ। ਜਲ ਸਮੀਪ ਹੋਏ ਸੁੰਦਰ ਛਾਇਆ। ਔਰ ਪਾਣੀ ਵੀ ਹੋਵੇ ਤੇ ਛਾਂ ਵੀ ਹੋਵੇ ਸੋਹਣੀ। ਸਗਨ ਹਰਿਤ ਦਲ ਹੋਏ ਸਮੁਦਾਇਆ। ਸੋਹਣੇ ਸੋਹਣੇ ਹਰੇ ਪੱਤਿਆਂ ਵਾਲੇ ਦਰਖਤ ਹੋਣ। ਸੁਨ ਭਾਈ ਗੁਰਦਾਸ ਅਲਾਦ ਹੈ। ਭਾਈ ਗੁਰਦਾਸ ਜੀ ਇਹ ਸੁਣ ਕੇ ਬੋਲੇ ਹਨ, ਜੋ ਥਲ ਕਿਰਪਾ ਸਿੰਧ ਕੋ ਭਾਵ ਹੈ। ਇਹ ਸੱਚੇ ਪਾਤਸ਼ਾਹ ਜੀ, ਜਿਹੜੀ ਜਗ੍ਹਾ ਆਪ ਜੀ ਨੂੰ ਚੰਗੀ ਲੱਗੇਗੀ ਉਹੀ ਚੰਗੀ ਹੋਵੇਗੀ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਜਿੱਥੇ ਆਪ ਜੀ ਦੀ ਪ੍ਰਵਾਨਗੀ ਹੋਵੇਗੀ ਉਹ ਜਗ੍ਹਾ ਚੰਗੀ ਹੀ ਹੋਵੇਗੀ। ਜਿਹੜੀ ਆਪ ਜੀ ਨੂੰ ਭਾਉਂਦੀ ਹੋਵੇਗੀ ਉਹੀ ਜਗ੍ਹਾ ਸੋਹਣੀ ਹੋਵੇਗੀ। ਹਾਂਜੀ, ਸੋ ਆਛੋ ਹੋਏ ਬੈਠਣ ਜੋਗ। ਉਹੀ ਜਗ੍ਹਾ ਬਹਿਣ ਜੋਗੀ ਹੋਵੇਗੀ ਜਿਹੜੀ ਆਪ ਜੀ ਨੂੰ ਪਸੰਦ ਆਵੇਗੀ। ਹਾਂਜੀ, ਜਹਾਂ ਨਾ ਪਹੁੰਚ ਸਕਹਿ ਸਭ ਲੋਗ। ਜਿੱਥੇ ਕੋਈ ਬਹੁਤੇ ਲੋਕ ਪਹੁੰਚ ਨਾ ਸਕਣ, ਰੌਲਾ ਰੱਪਾ ਨਾ ਹੋਵੇ। ਸਾਧ ਸੰਗਤ ਜਿਹੜੇ ਗੁਰਬਾਣੀ ਪੜ੍ਹਨਾ, ਗੁਰਬਾਣੀ ਲਿਖਣੀ ਜਾਂ ਇਹ ਕਾਰਜ ਰੌਲੇ ਰੱਪੇ ਦਾ ਨਹੀਂ, ਇਹ ਬੜੀ ਸ਼ਾਂਤੀ ਦਾ, ਇਕਾਗਰਤਾ ਦਾ, ਧਿਆਨ ਦਾ ਕੰਮ ਹੁੰਦਾ ਹੈ ਤੇ ਬੇਧਿਆਨੇ ਬੰਦੇ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਇਹੋ ਜਿਹੀ ਥਾਂ ਲੱਭੋ ਜਿੱਥੇ ਬੜੀ ਸ਼ਾਂਤੀ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਆਪ ਜੀ ਦੀ ਜਿਹੜੀ ਥਾਂ ਤੇ ਨਿਗਾਹ ਹੋ ਗਈ ਉੱਥੇ ਸ਼ਾਂਤੀ ਹੋ ਹੀ ਜਾਣੀ ਹੈ। ਹਾਂਜੀ, ਸੁਨ ਸ੍ਰੀ ਅਰਜਨ ਆਪਹਿ ਚਲੇ। ਇਹ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਜੀ ਉੱਠ ਪਏ, ਖੜੇ ਹੋ ਗਏ ਤੇ ਮਹਾਰਾਜ ਆਪ ਚੱਲ ਪਏ ਹਨ। ਖੋਜਨ ਥਾਨ ਬੈਠਦੇ ਭਲੇ। ਉਹ ਜਗ੍ਹਾ ਲੱਭਣ ਤੁਰੇ ਹਨ ਜਿਹੜੀ ਜਗ੍ਹਾ ਤੇ ਬਹਿ ਕੇ
ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਸਕਦੇ ਹਨ। ਹਾਂਜੀ, ਸੰਗ ਚਲੇ ਬੁੱਢਾ ਗੁਰਦਾਸ, ਨਾਲ ਬਾਬਾ ਬੁੱਢਾ ਸਾਹਿਬ ਜੀ ਤੁਰ ਪਏ ਹਨ। ਭਾਈ ਗੁਰਦਾਸ ਜੀ ਵੀ ਨਾਲ ਨਾਲ ਤੁਰ ਪਏ ਹਨ। ਹਾਂਜੀ, ਕਿਤਕ ਸਿੱਖ ਜੇ ਗਿਆਨ ਨਿਵਾਸ, ਤੇ ਨਾਲ ਕਈ ਮਹਾਂਪੁਰਸ਼ ਸਾਧੂ ਬ੍ਰਹਮ ਗਿਆਨੀ, ਭਾਈ ਸਾਲੋ ਜੀ ਵਰਗੇ, ਭਾਈ ਬਹਿਲੋ ਜੀ ਵਰਗੇ, ਭਾਈ ਭਗਤੂ ਜੀ ਵਰਗੇ ਮਹਾਂਪੁਰਸ਼ ਗੁਰਸਿੱਖ ਕਮਾਈਆਂ ਵਾਲੇ ਬੰਦਗੀ ਵਾਲੇ ਸਿੱਖ ਤੁਰ ਪਏ ਹਨ। ਚਲੇ ਸੁਧਾਸਰ ਦੇ ਦਿਸ਼ ਪ੍ਰਾਚੀ, ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਿੱਥੇ ਹੈ ਉਸ ਤੋਂ ਜਿਹੜੀ ਪੂਰਬ ਦਿਸ਼ਾ ਹੈ ਉਸ ਪਾਸੇ ਨੂੰ ਤੁਰ ਪਏ ਹਨ। ਮਤ ਉਪਕਾਰ ਵਿਖੈ ਜਿਨ ਰਾਚੀ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸਾਧ ਸੰਗਤ ਜੀ ਸੰਸਾਰ ਦੇ ਉੱਤੇ ਉਪਕਾਰ ਕਰਨ ਵਾਸਤੇ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੁਨੀਆ ਤੇ ਆਏ ਨੇ, ਕਾਹਦੇ ਵਾਸਤੇ ਆਏ ਨੇ? ਸਾਡਾ ਭਲਾ ਕਰਨ ਲਈ। ਇੱਕ ਇੱਕ ਦਿਨ ਆਪਣੀ ਜ਼ਿੰਦਗੀ ਦਾ 43 ਸਾਲ ਗੁਰੂ ਜੀ ਦੀ ਸਾਰੀ ਉਮਰ ਹੋਈ। 43 ਸਾਲ 43 ਸਾਲ ਤੇ ਕੁਝ ਮਹੀਨੇ, 1-2 ਮਹੀਨੇ ਉੱਤੇ ਮਹਾਰਾਜ ਨੇ ਦਰਸ਼ਨ ਦਿੱਤੇ ਨੇ ਸੰਸਾਰ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਇੱਕ ਦਿਨ ਵੀ ਉਹਨਾਂ ਦੀ ਜ਼ਿੰਦਗੀ ਦਾ ਆਪਣੇ ਲਈ ਨਹੀਂ ਸੀ, ਦੂਜਿਆਂ ਲਈ ਸੀ, ਸਾਡੇ ਲਈ ਸੀ। ਤੇ ਬਹੁਤ ਵੱਡਾ ਉਪਕਾਰ ਹੈ। ਜਿੰਨੇ ਸਾਡੇ ਸਰੀਰ ਦੇ ਰੋਮ ਨੇ ਨਾ ਸਾਧ ਸੰਗਤ ਜੀ, ਇੰਨੀ ਵਾਰੀ ਰੋਜ਼ ਧੰਨਵਾਦ ਕਰੀਏ ਗੁਰੂ ਅਰਜਨ ਦੇਵ ਜੀ, ਫਿਰ ਵੀ ਅਸੀਂ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਸਾਨੂੰ ਦਿੱਤੀ, ਹਰਿਮੰਦਰ ਸਾਹਿਬ ਬਣਾ ਕੇ ਦਿੱਤਾ, ਅੰਮ੍ਰਿਤ ਸਰੋਵਰ ਬਣਾ ਕੇ ਦਿੱਤਾ, ਤਰਨਤਾਰਨ ਸਾਹਿਬ ਬਣਾ ਕੇ ਦਿੱਤਾ, ਦੁਆਬੇ ਦੇ ਵਿੱਚ ਜਲੰਧਰ ਕਰਤਾਰਪੁਰ ਸਾਹਿਬ ਬਣਾਇਆ, ਡੱਲੇ ਪਿੰਡ 'ਚ ਬੌਲੀ ਬਣਾਈ, ਇਸੇ ਤਰ੍ਹਾਂ ਲਾਹੌਰ ਦੇ ਵਿੱਚ ਮਹਾਰਾਜ ਨੇ ਲਾਲ ਖੂਹੀ ਬਣਾ ਕੇ ਹੋਰ ਕਈ ਸਥਾਨ ਜਿਹੜੇ ਨੇ ਬੌਲੀ ਬਣਾਈ। ਨਾਲੇ ਉੱਥੇ ਮਹਾਰਾਜ ਨੇ ਲੰਗਰ ਵੀ ਲਾਏ। ਪੰਜਾਬ ਦੇ ਵਿੱਚ ਹੋਰ ਬੜੇ ਸਥਾਨ ਬਣਾਏ। ਨਨਕਾਣਾ ਸਾਹਿਬ ਜਾ ਕੇ ਉੱਥੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਬਣਾਈ। ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਜਾ ਕੇ ਬਾਬਾ ਸ੍ਰੀ ਚੰਦ ਜੀ, ਬਾਬਾ ਧਰਮ ਚੰਦ ਜੀ ਨੂੰ ਮਿਲ ਕੇ ਉੱਥੇ ਵੀ ਯਾਦਗਾਰਾਂ ਕਾਇਮ ਕੀਤੀਆਂ। ਇਹ ਸਾਰੇ ਉਪਕਾਰ ਗੁਰੂ ਅਰਜਨ ਦੇਵ ਜੀ ਦੇ ਗਿਣੇ ਨਹੀਂ ਜਾ ਸਕਦੇ। ਹੁਣ ਸਭ ਤੋਂ ਵੱਡਾ ਉਪਕਾਰ ਕਰਨ ਲੱਗੇ ਵੀ ਜੋ ਗੁਰੂ ਗ੍ਰੰਥ ਸਾਹਿਬ ਲਿਖਣ ਲੱਗੇ। ਹਾਂਜੀ, ਇਤ ਉਤ ਫਿਰ ਕਰ ਸਤਲ ਨਿਹਾਰੇ, ਮਹਾਰਾਜ ਇੱਧਰ ਉੱਧਰ ਫਿਰ ਕੇ ਨਾਲੇ ਦੁਆਲੇ ਜਗ੍ਹਾ ਵੇਖ ਰਹੇ ਵੀ ਸਾਫ਼ ਸੁਥਰੀ ਵੀ ਹੋਵੇ, ਆਮ ਉੱਥੇ ਰੌਲਾ ਰੱਪਾ ਵੀ ਨਾ ਹੋਵੇ ਕੋਈ। ਹਾਂਜੀ, ਜਹਦਰ ਸੰਗ ਨੇ ਤਾਹਾਂ ਪਧਾਰੇ, ਸਾਧ ਸੰਗਤ ਜੀ ਉੱਥੇ ਚਲੇ ਗਏ ਜਿੱਥੇ ਬਹੁਤ ਜ਼ਿਆਦਾ ਬੇਰੀਆਂ ਦੇ ਝੁੰਡ ਸੀਗੇ, ਬੜੇ ਸੰਘਣੇ ਦਰਖਤ ਸੀਗੇ ਔਰ ਬੇਰੀਆਂ ਹੀ ਜ਼ਿਆਦਾ ਸਨ। ਹਾਂਜੀ, ਤਿਤਕ ਕਾਲ ਵਿਚਰਤ ਤਿਤ ਓਰਾ, ਉਹਨਾਂ ਦਰਖਤਾਂ ਵਿੱਚ ਵੀ ਫਿਰਦੇ ਰਹੇ, ਆਲੇ ਦੁਆਲੇ ਨਿਗਾਹ ਮਾਰੀ ਚਾਰੇ ਪਾਸੇ। ਨਹਿ ਪਾਈ ਬੈਠ ਕੀ ਠੌਰਾ, ਬਹਿਣ ਦੀ ਥਾਂ ਨਹੀਂ ਕਿਤੇ ਮਿਲ ਰਹੀ ਜਿੱਥੇ ਬਹਿ ਕੇ ਗੁਰਬਾਣੀ ਲਿਖੀ ਜਾਵੇ। ਚਲ ਚਲ ਖੜੇ ਹਰੇ ਦਿਖ ਦੂਰੇ, ਸਾਧ ਸੰਗਤ ਜੀ ਪਿੱਪਲ ਦੇ ਦਰਖਤ ਵੀ ਕਈ ਖੜੇ ਦੇਖੇ ਹਨ। ਗਮਨੇ ਪਹੁੰਚੇ ਸ੍ਰੀ ਗੁਰਪੂਰੇ, ਤੇ ਸਾਧ ਸੰਗਤ ਜੀ ਮਹਾਰਾਜ ਉਹ ਪਿੱਪਲਾਂ ਦੇ ਦਰਖਤਾਂ ਕੋਲ ਵੀ ਗਏ ਹਨ। ਕਬਿਤ ਬਦਰੀ ਅਨੇਕ ਖਰੀ, ਹਰੀ ਹਰੀ ਸੋਭ ਖਰੀ। ਭਾਈ ਸਾਹਿਬ ਸੰਤੋਖ ਸਿੰਘ ਜੀ ਬੜੇ ਸੁੰਦਰ ਸ਼ਬਦਾਂ ਵਿੱਚ ਕਥਾ ਨੂੰ ਬਿਆਨ ਕਰ ਰਹੇ ਨੇ। ਬਦਰੀ ਅਨੇਕ ਖਰੀ, ਹਰੀ ਹਰੀ ਸੋਭ ਤਰੀ। ਆਹ ਕੈਸੇ ਸੁੰਦਰ ਛੰਦ ਲਿਖੇ ਨੇ। ਬਦਰੀ ਕਹਿੰਦੇ ਨੇ ਬੇਰੀ ਨੂੰ, ਅਨੇਕਾਂ ਹੀ ਬੇਰੀਆਂ ਖੜੀਆਂ ਨੇ, ਹਰੀਆਂ ਹਰੀਆਂ ਹਰੇ ਹਰੇ ਪੱਤਿਆਂ ਨਾਲ ਲੱਦੀਆਂ ਹੋਈਆਂ ਹਨ। ਕਾਮ ਕੀ ਤਪਤ ਹਰੀ ਹਰੀ ਇੱਕ ਢਾਲ ਕੀ, ਕਾਮ ਕੀ ਤਪਤ ਹਰੀ ਹਰੀ ਇੱਕ ਢਾਲ ਕੀ। ਕੁਝ ਚਾਲ ਫਿਰ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਜਗ੍ਹਾ ਤੇ ਪਹੁੰਚ ਗਏ ਨੇ ਜਿੱਥੇ ਕਾਮ ਕੀ ਤਪਤ ਹਰੀ, ਗਰਮੀ ਦੀ ਤਪਸ਼ ਨੂੰ ਦੂਰ ਕਰ ਦੇ, ਇੱਕੋ ਜੀ ਸੋਹਣੀ ਛਾਇਆ ਹੈ। ਜੰਡ ਹੈ ਅਖੰਡ ਗਨ, ਠਾਂਡੀ ਹੈ ਕਰੀਰ ਪੀਰ। ਔਰ ਬੜੇ ਜੰਡ ਖੜੇ ਹਨ ਤੇ ਕਰੀਰ ਖੜੇ ਹਨ। ਚੱਲ ਦਲ ਚਲਾ ਚੱਲ ਦਲ ਕਲ ਜਲ ਕੀ, ਚੱਲ ਦਲ ਪਿੱਪਲ ਦੇ ਬੜੇ ਸੋਹਣੇ ਦਰਖਤ ਖੜੇ ਹਨ। ਸੁੰਦਰ ਸੁਖਦ ਛਾਏ ਮੁਦਤ ਕਰਤ ਮਨ, ਬੜੇ ਸੋਹਣੇ ਦਰਖਤਾਂ ਦੀ ਸੋਹਣੀ ਛਾਂ ਹੈ, ਮਨ ਨੂੰ ਸੁਖ ਦੇਣ ਵਾਲੀ।
ਚਾਰੋਂ ओर दिखे हरियाई थोड़े काल की। ਤੇ ਨਵੀਂ ਨਵੀਂ ਹਰਿਆਲੀ ਪੈਦਾ ਹੋਈ ਦਿਸਦੀ, ਚਾਰੇ ਪਾਸੇ ਨਵੀਂ ਹਰਿਆਲੀ ਹੈ, ਕਰੂਮਲਾਂ ਫੁੱਟੀਆਂ ਹੋਈਆਂ ਨੇ, ਬੇਰੀਆਂ ਉੱਤੇ ਵੀ ਪੱਤੇ ਨਵੇਂ ਆਏ ਨੇ, ਤੇ ਸਾਰੇ ਹੀ ਦਰਖਤਾਂ ਦੇ ਉੱਤੇ ਹਰਿਆਲੀ, ਹਰੇ ਹਰੇ ਪੱਤੇ ਨਵੇਂ ਨਵੇਂ ਹੀ ਆਏ ਨੇ। ਹਾਂਜੀ। ਰਾਜਲ ਨਾਲ ਕੀ ਬਿਟਪ ਜੁਤ ਡਾਲ ਕੀ। ਔਰ ਆਲੇ ਦੁਆਲੇ ਜਿੱਥੇ ਦਰਖਤ ਹਨ ਵਿਚਕਾਰ ਇੱਕ ਪਾਣੀ ਦਾ ਕੁੰਡ ਵੀ ਹੈ, ਸਰੋਵਰ ਵੀ ਹੈ, ਜਿਹਦੇ ਵਿੱਚ ਬੜਾ ਸਾਫ ਸੁਥਰਾ ਜਲ ਹੈ। ਪਸਿੰਦ ਮੈਂ ਕਿਰਪਾਲ ਕੀ ਪ੍ਰਮੁਦਤ ਵਿਸਾਲ ਕੀ। ਗੁਰੂ ਜੀ ਨੂੰ ਇਹ ਜਗ੍ਹਾ ਪਸੰਦ ਆ ਗਈ। ਬੇਰੀਆਂ ਦੇ ਝੁੰਡਾਂ ਵਿੱਚ, ਪਿੱਪਲਾਂ ਦੇ ਦਰਖਤਾਂ ਕੋਲ, ਤੇ ਛੋਟਾ ਜਿਹਾ ਪੁਰਾਤਨ ਜ਼ਮਾਨੇ ਦਾ ਕੋਈ ਸਤਜੁਗ ਦਾ ਕੁੰਡ ਹੈ, ਜਿਹਦੇ ਵਿੱਚ ਅੰਮ੍ਰਿਤ ਰੂਪੀ ਜਲ ਹੈ। ਹਾਂਜੀ। ਸਵਈਆ ਸ੍ਰੀ ਗੁਰ ਦੇਖ ਕਹਿਓ ਗੁਰਦਾਸ ਕੋ। ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਪੰਚਵਟੀ ਸਮਥਾਨ ਨਿਹਾਰਾ। ਮਹਾਰਾਜ ਨੇ ਪੰਚਵਟੀ ਵਰਗਾ ਇਹ ਸਥਾਨ ਵੇਖਿਆ। ਪੰਚਵਟੀ ਨਾਸਿਕ ਦੇ ਵਿੱਚ ਉਹ ਸਥਾਨ ਹੈ ਜਿੱਥੇ ਸ੍ਰੀ ਰਾਮਚੰਦਰ ਜੀ ਅਗਸਤ ਮੁਨੀ ਨੂੰ ਜਾ ਕੇ ਮਿਲੇ ਸਨ। ਸਾਧ ਸੰਗਤ ਜੀ, ਬੜੀ ਰਮਣੀਕ ਥਾਂ ਮੰਨੀ ਜਾਂਦੀ ਹੈ ਉਹ ਪੁਰਾਤਨ ਜ਼ਮਾਨੇ ਵਿੱਚ। ਮਹਾਰਾਜ ਕਹਿੰਦੇ ਸਾਡੇ ਲਈ ਇਹੀ ਪੰਚਵਟੀ ਹੈ ਜਿੱਥੇ ਸੋਹਣੇ ਸੋਹਣੇ 5 ਪ੍ਰਕਾਰ ਦੇ ਦਰਖਤ ਲੱਗੇ ਹੋਣ, ਉਹਨੂੰ ਪੰਚਵਟੀ ਕਹਿੰਦੇ ਹਨ। ਹਾਂਜੀ। ਵਿੱਚ ਧਰਾ ਇੱਕ ਸਾਰ ਜਹਾਂ। ਤੇ ਵਿਚਕਾਰ ਜ਼ਮੀਨ ਇੱਕੋ ਜੀ ਹੈ, ਭਾਵ ਉੱਚੀ ਨੀਵੀਂ ਨਹੀਂ, ਸੋਹਣੀ ਬਰਾਬਰ ਥਾਂ ਹੈ। ਬੈਠਣ ਚਾਹਤ ਚਿਤ ਹਮਾਰਾ। ਮਹਾਰਾਜ ਕਹਿੰਦੇ ਇੱਥੇ ਬਹਿਣ ਨੂੰ ਸਾਡਾ ਜੀ ਕਰਦਾ। ਭਾਈ ਗੁਰਦਾਸ ਜੀ, ਇਹ ਜਗ੍ਹਾ ਸਾਨੂੰ ਠੀਕ ਲੱਗਦੀ ਹੈ, ਇੱਥੇ ਬਹਿ ਕੇ ਗੁਰਬਾਣੀ ਲਿਖੀ ਜਾਵੇ ਤਾਂ ਚੰਗੀ ਰਹੇਗੀ। ਹਾਂਜੀ। ਤੰਬੂਕਨਾਥ ਇਹਾਂ ਲਗ ਵਾਵੋ। ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਮਹਾਰਾਜ ਸਲਾਹ ਕਰ ਰਹੇ ਨੇ ਕਿ ਬਾਬਾ ਜੀ ਇੱਥੇ ਤੰਬੂ ਲਵਾ ਲਈਏ, ਇੱਥੇ ਤੰਬੂ ਲਵਾ ਕੇ ਤੇ ਇਹਦੇ ਵਿੱਚ ਆਪਾਂ ਗੁਰਬਾਣੀ ਲਿਖਣ ਦਾ ਸਾਰਾ ਬੰਦੋਬਸਤ ਕਰੀਏ। ਭਾਖ ਮੰਗਾ ਬਹੁ ਦਾਸ ਹਕਾਰਾ। ਤੇ ਸੇਵਾਦਾਰਾਂ ਨੂੰ ਕਹੀਏ, ਸਿੱਖਾਂ ਨੂੰ, ਵੀ ਇੱਥੇ ਥੋੜੀ ਸਫਾਈ ਵੀ ਕਰ ਦੇਣ, ਕੰਡੇ ਵਗੈਰਾ ਚੁਗ ਦੇਣ, ਥੱਲੇ ਜ਼ਮੀਨ ਪੱਧਰੀ ਹੈ, ਸਾਫ਼ ਕਰਕੇ ਝਾੜੂ ਲਾ ਕੇ ਜਲ ਛਿੜਕ ਕੇ ਤਰੀਕੇ ਦੇ ਨਾਲ ਤੰਬੂ ਲਾ ਦੇਣ, ਤੰਬੂਆਂ ਦੇ ਵਿੱਚ ਫਰਸ਼ ਵਿਛਾ ਦੇਣ, ਗਲੀਚੇ ਵਗੈਰਾ, ਤੇ ਲਿਖਣ ਦਾ ਬੰਦੋਬਸਤ ਕਰਾ ਕੇ ਇੱਥੇ, ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਇੱਥੇ ਬਹਿ ਕੇ ਲਿਖੀਏ। ਹਾਂਜੀ। ਹੈ ਸੁਖਵੰਤ ਇਕੰਤ ਮਹਾ। ਬੜੀ ਸੁਖਦਾਈ ਥਾਂ ਹੈ, ਇਕਾਂਤ ਥਾਂ ਹੈ, ਆਮ ਆਉਣ ਜਾਣ ਵੀ ਇੱਥੇ ਕਿਸੇ ਦਾ ਕੋਈ ਨਹੀਂ, ਤੇ ਰੋਕ ਦਿਆਂਗੇ ਸੰਗਤ ਨੂੰ ਵੀ, ਕਹਿ ਦਿਆਂਗੇ ਵੀ ਭਾਈ ਇੱਧਰ ਨਹੀਂ ਆਉਣਾ, ਤੇ ਕੋਈ ਆਵੇਗਾ ਵੀ ਨਹੀਂ। ਇਕਾਂਤ ਜਗ੍ਹਾ ਹੈ, ਬੜੀ ਸਾਫ ਸੁਥਰੀ ਹੈ, ਇੱਥੇ ਬਹਿ ਕੇ ਗੁਰਬਾਣੀ ਲਿਖੀਏ। ਹਾਂਜੀ। ਆਲੇ ਦੁਆਲੇ ਬਹੁਤ ਸੋਹਣੇ ਹਰੇ ਹਰੇ ਦਰਖਤ ਖੜੇ ਨੇ, ਛਾਂ ਬੜੀ ਸੋਹਣੀ ਹੈ। ਇੱਥੇ ਪਿੱਪਲ ਦੇ ਬੂਟੇ ਹਨ, ਛਾਇਆਦਾਰ, ਬੇਰੀਆਂ ਹਨ, ਕਰੀਰ ਹਨ, ਜੰਡ ਹਨ। ਇਹ ਸੋਹਣੇ ਦਰਖਤਾਂ ਦੇ ਵਿਚਕਾਰ ਹਰਿਆਲੀ, ਹਰੀ ਭਰੀ ਥਾਂ ਤੇ ਆਪਾਂ ਇਹ ਮਹਾਰਾਜ ਦਾ ਖਜ਼ਾਨਾ ਗੁਰਬਾਣੀ ਦਾ ਸਾਂਭ ਕੇ ਲਿਖੀਏ। ਹਾਂਜੀ। ਜੋ ਸੁਣ ਕੇ ਗੁਰਦਾਸ ਭਣਿਓ। ਇਹ ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਸੋਈ ਥਾਨ ਭਲੋ ਜਹ ਆਪ ਕੋ ਭਾਵੈ। ਇਹ ਮਹਾਰਾਜ ਉਹ ਥਾਂ ਭਲੀ ਜਿਹੜੀ ਆਪ ਜੀ ਨੂੰ ਚੰਗੀ ਲੱਗੇ, ਆਪ ਜੀ ਨੇ ਪਸੰਦ ਕਰ ਲਈ, ਤੇ ਬਸ ਸਾਨੂੰ ਵੀ ਪਸੰਦ ਆ ਗਈ, ਕਿਉਂਕਿ ਤੁਹਾਡੀ ਪਸੰਦ ਹੀ ਸਾਡੀ ਪਸੰਦ ਹੈ। ਮੋ ਮਨ ਪੀਹਰ ਖਾਵਤ ਹੈ। ਮੇਰਾ ਮਨ ਵੀ ਖੁਸ਼ ਹੋ ਰਿਹਾ ਹੈ। ਜਲ ਹੈ ਥਲ ਨੀਵੇ ਸੋ ਭੂਮ ਸੁਹਾਵੈ। ਥਾਂ ਬੜੀ ਸੋਹਣੀ ਹੈ, ਤੇ ਥੋੜਾ ਜਿਹਾ ਜਲ ਵੀ ਹੈ। ਜਿੱਥੇ ਜਲ ਹੋਵੇ ਨਾ ਸਾਧ ਸੰਗਤ ਜੀ, ਉੱਥੇ ਅਕਾਲ ਪੁਰਖ ਦੀ ਬੜੀ ਕਿਰਪਾ ਹੁੰਦੀ ਹੈ, ਜੀਵਨ ਉੱਥੇ ਹੁੰਦਾ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਪੁਰਾਣੇ ਮਹਾਂਪੁਰਸ਼ ਰਿਸ਼ੀ ਮੁਨੀ ਵੀ ਤੇ ਗੁਰੂ ਸਾਹਿਬ ਵੀ ਦਰਿਆਵਾਂ ਦੇ ਕੰਢੇ ਡੇਰੇ ਲਾਉਂਦੇ ਸਨ, ਸਰੋਵਰ ਬਣਾਏ ਨੇ, ਬੌਲੀਆਂ ਬਣਾਈਆਂ ਨੇ ਦਰਿਆਵਾਂ ਦੇ ਕੰਢੇ ਤੇ। ਗੁਰੂ ਨਾਨਕ ਸਾਹਿਬ ਨੇ ਰਾਵੀ ਦੇ ਕੰਢੇ ਤੇ ਕਰਤਾਰਪੁਰ ਸਾਹਿਬ ਵਸਾਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਿਆਸਾ ਦੇ ਕੰਢੇ ਤੇ ਬਣਾਇਆ। ਫਿਰ ਸਾਧ ਸੰਗਤ ਜੀ 10ਵੇਂ ਪਾਤਸ਼ਾਹ ਨੇ, 9ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇਖੋ ਦਰਿਆ ਸਤਲੁਜ ਦੇ ਕੰਢੇ ਤੇ ਡੇਰੇ ਲਾਏ ਨੇ। ਇਸੇ ਤਰ੍ਹਾਂ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਨੇ ਉੱਥੇ ਦਰਿਆ ਦੇ ਨੇੜੇ ਵਸਾਇਆ।
ਪਟਨਾ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਅਵਤਾਰ ਧਾਰਿਆ, ਉੱਥੇ ਵੀ ਜਮਨਾ ਗੰਗਾ ਵਗਦੀ ਹੈ। ਪੌਂਟਾ ਸਾਹਿਬ ਜਮਨਾ ਵਗਦੀ ਹੈ। ਪਟਨਾ ਸਾਹਿਬ ਗੰਗਾ ਵਗਦੀ, ਹਜ਼ੂਰ ਸਾਹਿਬ ਗੋਦਾਵਰੀ। ਨਦੀਆਂ ਦੇ ਕੋਲ ਕਿਉਂ ਰਹਿੰਦੇ ਸੀ? ਪਾਣੀ ਪੀਣ ਨੂੰ ਮਿਲੇ, ਛਕਣ ਨੂੰ ਪਸ਼ੂਆਂ ਦੇ, ਪੰਛੀਆਂ ਦੇ। ਜ਼ਿੰਦਗੀ ਪਾਣੀ ਨਾਲ ਹੀ ਹੈ ਨਾ, ਜੇ ਪਾਣੀ ਨਾ ਹੋਵੇ ਤੇ ਮੌਤ ਹੈ। ਤੋ ਪਾਣੀ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਇੱਥੇ ਅਕਾਲ ਪੁਰਖ ਦੀ ਬੜੀ ਕਿਰਪਾ, ਪਾਣੀ ਦਾ ਸਰੋਵਰ ਵੀ ਛੋਟਾ ਜਿਹਾ ਹੈ ਇੱਥੇ। ਹਾਂਜੀ, ਪੰਚਵਟੀ ਸਮ ਆਪ ਕਹੋ। ਆਪ ਜੀ ਨੇ ਇਸ ਜਗ੍ਹਾ ਨੂੰ ਪੰਚਵਟੀ ਦੇ ਸਮਾਨ ਕਿਹਾ ਹੈ। ਅਤ ਹੋਏ ਮਹਾਤਮ ਜੋ ਦਰਸਾਵੈ। ਜਿਹੜਾ ਵੀ ਇਹਦੇ ਦਰਸ਼ਨ ਕਰੇਗਾ ਨਾ, ਉਹਨੂੰ ਬੜਾ ਪੁੰਨ ਮਿਲੇਗਾ, ਬੜਾ ਮਹਾਤਮ ਹੋਏਗਾ ਇਸ ਸਥਾਨ ਦੇ ਦਰਸ਼ਨ ਕਰਨ ਦਾ। ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਆਪਾਂ ਜਾਂਦੇ ਹਾਂ, ਕੱਲੇ ਹਰਿਮੰਦਰ ਸਾਹਿਬ ਵੀ ਮੱਥਾ ਟੇਕ ਕੇ ਵਾਪਸ ਆ ਜਾਂਦੇ ਨਹੀਂ। ਖਾਲਸਾ ਜੀ, 5 ਸਰੋਵਰਾਂ ਦੇ ਦਰਸ਼ਨ ਕਰਨੇ, ਇਸ਼ਨਾਨ ਕਰਨੇ, ਉਹਨਾਂ ਦੇ ਵਿੱਚ ਜਾ ਕੇ ਬਾਣੀ ਪੜ੍ਹਨੀ, ਇਹ ਪੁਰਾਤਨ ਮਰਜ਼ਾਦਾ ਗੁਰਸਿੱਖਾਂ ਦੀ ਹੁਣ ਤਾਂ ਵਿਸਰਦੇ ਜਾ ਰਹੀ ਹੈ। ਇਸ ਜਗ੍ਹਾ ਦਾ ਨਾਮ ਬਾਅਦ ਵਿੱਚ ਆਪਾਂ ਸੁਣਾਂਗੇ ਵੀ ਰਾਮਸਰ ਰੱਖਿਆ ਮਹਾਰਾਜ ਨੇ। ਬੜੀ ਸੁੰਦਰ ਥਾਂ, ਪਵਿੱਤਰ ਥਾਂ ਹੈ। ਹਾਂਜੀ, ਜੋ ਕਹੇ ਤੰਬੂ ਕਨਾਤ ਮੰਗਾਏ। ਇਸ ਤਰ੍ਹਾਂ ਕਹਿ ਕੇ ਸੱਚੇ ਪਾਤਸ਼ਾਹ ਜੀ ਨੇ ਤੰਬੂ ਕਨਾਤਾਂ ਮੰਗਵਾ ਲਈਆਂ। ਹਾਂਜੀ, ਲਗਾਵਤ ਭੇਦ ਕੋ ਆਪ ਬਤਾਵੇ। ਔਰ ਮਹਾਰਾਜ ਆਪ ਦੱਸਿਆ ਵੀ ਏਦਾਂ ਲਵਾਣੀ ਹੈ ਭਾਈ, ਏਦਾਂ ਭੇਦ ਬਤਾ ਕੇ ਨਾ ਮਹਾਰਾਜ ਸਾਹਿਬ ਜੀ ਨੇ ਭਾਈ ਇੱਥੇ ਤੰਬੂ ਲਾਣੇ ਹਨ, ਇੱਥੇ ਇੱਥੇ ਲਾਣੇ ਹਨ। ਸ੍ਰੀ ਗੁਰੂ ਫਿਰ ਕਹਿਓ ਹਮ ਜਾਤ। ਫਿਰ ਮਹਾਰਾਜ ਕਹਿਣ ਲੱਗੇ ਅਸੀਂ ਜਾਂਦੇ ਹਾਂ ਹੁਣ। ਸੰਭਾਰ ਸਥਾਨ ਸੋ ਤਿਆਰ ਕਰੋ। ਤੁਸੀਂ ਭਾਈ ਤਿਆਰੀ ਕਰ ਦਿਓ ਚੰਗੀ ਤਰ੍ਹਾਂ, ਸਫਾਈ ਵੀ ਪੂਰੀ ਹੋਵੇ, ਕਿਉਂਕਿ ਜਿੱਥੇ ਤੰਬੂ ਲਾਣੇ ਨੇ ਪਹਿਲਾਂ ਧਰਤੀ ਸਾਫ਼ ਕਰਕੇ, ਕੰਡੇ ਕੁੰਡੇ ਚੁੱਕ ਕੇ, ਪਾਣੀ ਛਿੜਕ ਕੇ, ਜ਼ਮੀਨ ਨੂੰ ਪੱਧਰੀ ਕਰਕੇ ਫਿਰ ਤੰਬੂ ਲਾਣੇ ਨੇ। ਆਲੇ ਦੁਆਲੇ ਛਿੜਕਾਓ ਕਰਨਾ ਹੈ, ਔਰ ਵਿੱਚ ਸੋਹਣੇ ਤੰਬੂਆਂ ਦੇ ਵਿੱਚ ਥੱਲੇ ਫਰਸ਼ ਵੀ ਚੰਗੇ ਵਿਛਾਣੇ ਨੇ, ਗਲੀਚੇ, ਚਾਦਰਾਂ, ਦਰੀਆਂ। ਉਹਦੇ ਉੱਤੇ ਫਿਰ ਗੁਰਬਾਣੀ ਦੇ ਲਿਖਣ ਦਾ ਸਮਾਨ ਵੀ ਰੱਖਣਾ। 2 ਤੰਬੂ ਲਵਾਣੇ, ਇੱਕ ਤੰਬੂ 'ਚ ਸਾਡੀ ਤੇ ਭਾਈ ਗੁਰਦਾਸ ਜੀ ਦੀ ਰਿਹਾਇਸ਼ ਹੋਵੇਗੀ, ਬਾਬਾ ਬੁੱਢਾ ਜੀ ਦੀ ਰਿਹਾਇਸ਼ ਹੋਵੇਗੀ, ਹੋਰ ਕੋਈ ਨਹੀਂ ਉੱਥੇ ਰਹੇਗਾ। ਤੇ ਇੱਕ ਤੰਬੂ 'ਚ ਲਿਖਣ ਦਾ ਸਮਾਨ, ਲਿਖਣ ਦਾ ਸਾਰਾ ਬੰਦੋਬਸਤ ਚਾਹੀਦਾ। ਉਹਦੇ 'ਚ ਗੁਰਬਾਣੀ ਦੀਆਂ ਪੋਥੀਆਂ ਹੋਣਗੀਆਂ, ਲਿਖਣ ਵਾਲੇ ਕਾਗਜ਼ ਤੇ ਕਲਮਾਂ ਤੇ ਸਿਆਹੀ, ਸਾਰਾ ਲਿਖਣ ਦਾ ਸਮਾਨ ਰੱਖਿਆ ਜਾਏਗਾ। ਇਹ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਦੇ ਸਮੇਤ ਸਾਰੇ ਸਿੱਖਾਂ ਨੂੰ ਹੁਕਮ ਦਿੱਤਾ ਹੈ। ਹਾਂਜੀ, ਜਾਵਤ ਫੇਰਸ ਆਵੇ ਇਹਾਂ। ਹੁਣ ਅਸੀਂ ਜਾ ਰਹੇ ਹਾਂ, ਤੁਸੀਂ ਤਿਆਰੀ ਕਰੋ, ਜਦੋਂ ਅਸੀਂ ਫੇਰ ਇੱਥੇ ਆਵਾਂਗੇ ਦੁਬਾਰਾ। ਤਬ ਲੋਕਰ ਤੰਬੂ ਕਨਾਤ ਕਰੋ। ਉਹਨਾਂ ਚਿਰ ਤੁਸੀਂ ਤੰਬੂ ਕਨਾਤਾਂ ਖੜੀਆਂ ਕਰ ਦਿਓ, ਭਾਵ ਸਫਾਈ ਕਰਕੇ ਵਧੀਆ ਤਰੀਕੇ ਨਾਲ। ਪੱਕੇ ਤੰਬੂ ਲਾਣੇ ਨੇ। ਇੱਕ ਤੰਬੂ ਹੁੰਦੇ ਜਿਹੜੇ ਆਪਾਂ 1-2 ਦਿਨ ਲਾਉਂਦੇ ਹਾਂ, ਫਿਰ ਉਹ ਪੱਟਣੇ ਪੈਂਦੇ। ਇੱਕ ਤੰਬੂ ਹੁੰਦੇ ਫੌਜੀਆਂ ਵਰਗੇ, ਪੱਕੇ ਲਾ ਦੇਣੇ, ਸਾਲ 2 ਸਾਲ 5 ਸਾਲ ਲੱਗੇ ਹੀ ਰਹਿਣ। ਮਹਾਰਾਜ ਕਹਿੰਦੇ ਪੱਕੇ ਤੰਬੂ ਲਾਣੇ ਨੇ, ਤੰਬੂ ਕਨਾਤਾਂ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣ ਤੇ ਲੱਗੇਗਾ, ਉਹ ਤੰਬੂ ਲੱਗੇ ਰਹਿਣੇ। ਤੋ ਇਸ ਕਰਕੇ ਵਧੀਆ ਪੱਕੇ ਮਜ਼ਬੂਤ ਤਰੀਕੇ ਨਾਲ ਤੰਬੂ ਲਗਾਓ, ਤਾਂ ਕਿ ਇੱਥੇ ਬਹਿ ਕੇ ਗੁਰਬਾਣੀ ਲਿਖੀ ਜਾ ਸਕੇ। ਹਾਂਜੀ, ਦੇ ਨਿਦੇਸ਼ ਅਸੇਸ ਤਿਸੇ। ਤੋ ਮਹਾਰਾਜ ਸਿੱਖਾਂ ਨੂੰ ਆਗਿਆ ਦਿੱਤੀ ਹੈ। ਤਬ ਆਪ ਹਟੇ ਚਲ ਆਏ ਘਰੋਂ। ਆਪ ਵਾਪਸ ਮਹਾਰਾਜ ਘਰ ਆ ਗਏ ਹਨ। ਦੇਤ ਸਦਾ ਨਿਜ ਸਿੱਖਿਆਨ ਕੋ। ਮਹਾਰਾਜ ਜੋ ਆਪਣੇ ਸਿੱਖਾਂ ਨੂੰ ਸੁਖ ਦੇਵ ਗੁਰੂ ਨਿਤ ਧਿਆਨ ਧਰੋ। ਸੁਖ ਦੇਣ ਵਾਲੇ ਹਨ। ਐਸੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੀ, ਜਿਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਹੈ, ਸੁੱਖਾਂ ਦਾ ਖਜ਼ਾਨਾ। ਪਿਉ ਦਾਦੇ ਦਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ।
ਖਾਵਹਿ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵਧਦੋ ਜਾਈ। ਇਹ ਐਸਾ ਖਜ਼ਾਨਾ ਮਹਾਰਾਜ ਦੇਣ ਲੱਗੇ। ਹਾਂਜੀ। ਦੋਹਰਾ ਤਬ ਭਾਈ ਗੁਰਦਾਸ ਨੇ, ਤਾਂ ਭਾਈ ਗੁਰਦਾਸ ਜੀ ਨੇ ਦਾਸ ਬੁਲਾਏ ਪਾਸ। ਹੋਰ ਸਿੱਖਾਂ ਨੂੰ ਬੁਲਾ ਲਿਆ, ਬਈ ਆਓ ਬਈ ਸਾਡੇ ਨਾਲ ਸੇਵਾ ਕਰਾਓ। ਸ੍ਰੀ ਗੁਰ ਕੀ ਆਇਤ ਕਹੀ। ਸਿੱਖਾਂ ਨੂੰ ਭਾਈ ਗੁਰਦਾਸ ਜੀ ਨੇ ਆਗਿਆ ਦਿੱਤੀ ਵੀ ਗੁਰੂ ਮਹਾਰਾਜ ਇਹ ਸਾਡੀ ਸੇਵਾ ਲਾ ਕੇ ਗਏ ਨੇ, ਪਹਿਲਾਂ ਇਹ ਜਗ੍ਹਾ ਨੂੰ ਆਪਾਂ ਸਾਫ਼ ਕਰਨਾ, ਘਾਹ ਵਗੈਰਾ ਵੱਢ ਕੇ ਬਰਾਬਰ ਕਰਕੇ ਫਿਰ ਜਲ ਛਿੜਕਣਾ, ਫਿਰ ਇੱਥੇ ਤੰਬੂ 2 ਲਾਣੇ ਨੇ, ਇਸ ਤਰ੍ਹਾਂ ਲਾਣੇ ਨੇ। ਇੱਧਰ ਦਰਵਾਜ਼ਾ ਤੰਬੂ ਦਾ ਰੱਖਣਾ, ਇੱਕ ਤੰਬੂ 'ਚ ਗੁਰੂ ਮਹਾਰਾਜ ਦਾ ਤੇ ਸਾਡਾ ਆਸਣ ਲਾਣਾ, ਦੂਸਰੇ ਤੰਬੂ 'ਚ ਲਿਖਣ ਦੀ ਸਮੱਗਰੀ ਰੱਖਣੀ ਹੈ। ਤੋ ਅਸੀਂ ਤੁਹਾਡੇ ਨਾਲ ਭਾਈ ਖੜਦੇ ਹਾਂ, ਦੱਸਦੇ ਹਾਂ ਤੁਹਾਨੂੰ ਕਿ ਤੁਸੀਂ ਕੰਮ ਕਰੋ। ਸਿੱਖਾਂ ਤੋਂ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਕੇ ਸੇਵਾ ਕਰਵਾਉਣ ਲੱਗੇ ਹਨ। ਹਾਂਜੀ। ਸੁਨਤ ਹੁਲਾਸ ਪ੍ਰਕਾਸ਼। ਸਿੱਖਾਂ ਨੂੰ ਵੀ ਬੜੀ ਸ਼ਰਧਾ ਸੀ, ਬੜੇ ਪ੍ਰੇਮ ਨਾਲ ਸਿੱਖ ਸੇਵਾ ਕਰਨ ਲੱਗੇ ਹਨ। ਚੌਪਈ ਮਿਲ ਬ੍ਰਿੰਦਨ ਸਮਕੀਨ ਸਭਨੀ। ਪਹਿਲਾਂ ਤਾਂ ਬਹੁਤ ਸਾਰੇ ਸਿੱਖਾਂ ਨੇ ਰਲ ਕੇ ਜ਼ਮੀਨ ਪੱਧਰੀ ਕੀਤੀ, ਕਈਆਂ ਲੈ ਲਈਆਂ ਜਾਂ ਸੁਹਾਗਾ ਲੈ ਲਿਆ, ਉਹਦੇ ਨਾਲ ਜਗ੍ਹਾ ਨੂੰ ਬਰਾਬਰ ਕਰਤਾ ਬਿਲਕੁਲ। ਪਹਿਲਾਂ ਉਤੋਂ ਘਾਹ ਫੂਸ ਕੱਟਿਆ, ਜੇ ਕੋਈ ਉੱਚੀ ਨੀਵੀਂ ਜਗ੍ਹਾ ਸੀ ਉਹ ਕਈ ਦੇ ਨਾਲ ਪੱਧਰੀ ਕਰਕੇ ਇੱਕੋ ਜਿਹੀ ਕੀਤੀ, ਜਾਂ ਫਿਰ ਉੱਤੇ ਸੁਹਾਗਾ ਫੇਰ ਦਿੱਤਾ, ਐਨ ਇੱਕੋ ਜਿਹੀ ਟਿਕਾ ਕੇ ਜਗ੍ਹਾ ਤੇ ਫਿਰ ਜਲ ਛਿੜ ਗਿਆ ਉੱਤੇ। ਹਾਂਜੀ। ਆਲੇ ਦੁਆਲੇ ਹਰਿਆਲੀ ਬੜੀ ਸੀ, ਬੜੀ ਸਾਫ਼ ਸੁਥਰੀ ਥਾਂ, ਕੁਦਰਤੀ ਸੀ ਇਹ। ਕਹਿੰਦੇ ਆ ਵੀ ਸਤਿਯੁਗ ਵਿੱਚ ਇੱਥੇ ਰਿਸ਼ੀ ਮੁਨੀ ਜਪ ਤਪ ਕਰਿਆ ਕਰਦੇ, ਬੰਦਗੀ ਕਰਿਆ ਕਰਦੇ ਸੀ। ਇਹ ਬੜੀ ਪੁਰਾਣੀ ਸਤਿਯੁਗੀ ਜਗ੍ਹਾ ਸੀ ਜਿਹੜੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਪਸੰਦ ਕੀਤੀ। ਹਾਂਜੀ। ਡੋਰ ਨਤਾਨ ਖਰੋ ਕੇ ਤੰਬੂ। ਔਰ ਫਿਰ ਡੋਰਾਂ ਖਿੱਚ ਕੇ ਤੰਬੂ ਤਾਣੇ ਸਿੱਖਾਂ ਨੇ। ਬੜੇ ਸੋਹਣੇ ਆਲੀਸ਼ਾਨ ਸੁੰਦਰ 2 ਤੰਬੂ ਪੱਕੇ ਮਜ਼ਬੂਤ ਗੱਡੇ ਹਨ। ਨਮਰ ਸਥਾਨ ਨਿਕਟ ਕਛ ਅੰਬੂ। ਔਰ ਨਾਲ ਛੋਟਾ ਜਿਹਾ ਇੱਕ ਸਰੋਵਰ ਹੈ। ਅੰਬੂ ਕਹਿੰਦੇ ਜਲ ਨੂੰ, ਥੋੜਾ ਜਿਹਾ ਪਾਣੀ ਉਹਦੇ ਵਿੱਚ ਹੈ। ਕਰ ਕਨਾਤ ਠਾਡੀ ਤਹਿ ਗਾਡੀ। ਔਰ ਉਥੇ ਕਨਾਤਾਂ ਵੀ ਪੱਕੀਆਂ ਕਰਕੇ ਸਿੱਖਾਂ ਨੇ ਉਹਦੇ ਕਿਨਾਰੇ ਦੇ ਉੱਤੇ ਲਾ ਦਿੱਤੀਆਂ ਸਰੋਵਰ ਦੇ। ਕਹੂੰ ਕੋਦ ਸੁੰਦਰ ਦੁੱਤ ਬਾਢੀ। ਔਰ ਆਲੇ ਦੁਆਲੇ ਬੜੀ ਸੋਭਾ, ਬਹੁਤ ਹੀ ਮਹਿਮਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਦੇ ਵਿੱਚ ਇਹ ਜਗ੍ਹਾ ਬੜੀ ਪਵਿੱਤਰ ਸਾਫ਼ ਸੁਥਰੀ ਚੁਣੀ ਗਈ ਹੈ। ਹਾਂਜੀ। ਜਲ ਕੋ ਬਹੁ ਛਿੜਕਾਵ ਕਰਾਵਾ। ਔਰ ਜਲ ਦਾ ਛਿੜਕਾਓ ਕੀਤਾ ਗਿਆ। ਜਲ ਛਿੜਕਿਆ ਗਿਆ ਤਾਂ ਕਿ ਜਿਹੜੀ ਕੋਈ ਮਾੜੀ ਮੋਟੀ ਮਿੱਟੀ ਉੱਡਣ ਦਾ ਡਰ ਹੈ ਉਹ ਮਿੱਟੀ ਬੈਠ ਜਾਵੇ। ਤੰਬੂ ਲਾ ਕੇ ਤੰਬੂਆਂ ਦੇ ਥੱਲੇ, ਕਿਉਂਕਿ ਜਦੋਂ ਜਗ੍ਹਾ ਬਰਾਬਰ ਕਰੀ ਦੀ ਨਾ, ਕਈ ਨਾਲ ਮਿੱਟੀ ਉਖੜ ਜਾਂਦੀ, ਫਿਰ ਉਹਨੂੰ ਪਾਣੀ ਦੇ ਨਾਲ ਤਾਂ ਛਿੜਕਾਓ ਕੀਤਾ ਜਲ ਦੇ ਨਾਲ ਵੀ ਟਿਕ ਜਾਵੇ ਇੱਕੋ ਜੀ। ਹਾਂਜੀ। ਪੁੰਨ ਗੁਲਾਬ ਬੂੰਦਨ ਬਰਸਾਵਾ। ਪਹਿਲਾਂ ਪਾਣੀ ਛਿੜਕਿਆ ਚੰਗੀ ਤਰ੍ਹਾਂ, ਫਿਰ ਗੁਲਾਬ ਦਾ ਜਲ ਲਿਆਂਦਾ। ਸਿੱਖਾਂ ਨੇ ਭਾਵਨਾ ਕਿੰਨੀ ਸੀ, ਗੁਲਾਬ ਦਾ ਜਲ ਛਿੜਕਿਆ ਤਾਂ ਵੀ ਮਹਿਕ ਆਵੇ, ਸੁਗੰਧੀ ਆਵੇ ਧਰਤੀ ਤੋਂ। ਹਾਂਜੀ। ਚੰਦਨ ਚਰਚਿਓ ਚਾਰੂ। ਔਰ ਆਲੇ ਦੁਆਲੇ ਤੰਬੂ ਦੇ ਚੰਦਨ ਦਾ ਛਿੜਕਾਓ ਕੀਤਾ। ਚੰਦਨ ਦਾ ਜਲ, ਕੇਵੜਾ, ਰੂਹ ਕੇਵੜਾ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਛਿੜਕਾਈਆਂ, ਮਹਿਕ ਆਵੇ, ਖੁਸ਼ਬੂ ਆਵੇ। ਹਾਂਜੀ। ਉਹ ਖੁਸ਼ਬੋਏ ਉਠਤ ਮਹਿਕਾਰੂ। ਬੜੀ ਮਹਿਕ ਆਉਂਦੀ ਹੈ, ਖੁਸ਼ਬੂ ਆਉਂਦੀ ਹੈ ਤੰਬੂਆਂ ਵਿੱਚੋਂ। ਆਨ ਬਾਗ ਤੇ ਸੁੰਦਰ ਬੂਟੇ। ਤੇ ਬਾਗਾਂ ਵਿੱਚੋਂ ਨਾ ਸੋਹਣੇ ਬੂਟੇ ਲਿਆਏ ਸਿੱਖ, ਗੁਲਾਬ ਦੇ ਬੂਟੇ, ਗੇਂਦੇ ਦੇ, ਔਰ ਮਹੂਏ ਦੇ, ਕਈ ਕਿਸਮ ਦੇ ਜਿਹੜੇ ਫੁੱਲ ਹੁੰਦੇ, ਚਮੇਲੀ ਦੇ, ਉਹ ਸਾਰੇ ਲਿਆ ਕੇ ਤੇ ਮਹਾਰਾਜ ਦੇ ਉਸ ਤੰਬੂ ਦੇ ਆਲੇ ਦੁਆਲੇ ਨਿੱਕੀਆਂ ਨਿੱਕੀਆਂ ਕਿਆਰੀਆਂ ਬਣਾ ਕੇ ਤੇ ਉਹਨਾਂ ਵਿੱਚ ਲਾਏ। ਹਾਂਜੀ। ਕਰੇ ਲਗਾਵਨ ਸੁਮਨਸ ਜੁਟੇ। ਸੋਹਣੇ ਸੋਹਣੇ ਫੁੱਲ ਬੂਟੇ ਲਾ ਦਿੱਤੇ ਵੀ ਕਾਫੀ ਲੰਮਾ ਸਮਾਂ ਗੁਰੂ ਜੀ ਨੇ ਇੱਥੇ ਰਹਿਣਾ ਤੇ ਜਗ੍ਹਾ ਰਮਣੀਕ ਲੱਗੇ, ਚੰਗੀ ਲੱਗੇ। ਐਸਾ ਲਿਖਿਆ ਹੋਇਆ ਹੈ, ਗੁਰਭੂਮੀ ਪੁਸਤਕ ਸੁਭਾਗ ਪ੍ਰੀਤਮ ਅਵਰ ਸਹਾਏ, ਕਰੈ ਬਿਰਧ ਵਿਦਿਆ ਪਠੀ ਬਹਿਰ 5 ਗੁਣ ਗਾਏ। ਵਿਦਿਆ ਪੜ੍ਹਨ ਵਿੱਚ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਉਹਨਾਂ ਵਿੱਚੋਂ ਭੂਮੀ ਸੁਭਾਗ, ਚੰਗੀ ਥਾਂ ਸਾਫ਼ ਸੁਥਰੀ ਹੋਵੇ, ਉੱਥੇ ਵਿਦਿਆ ਪੜ੍ਹੀ ਲਿਖੀ ਜ਼ਿਆਦਾ ਚੰਗੇ ਮਨ ਨੂੰ ਦਿਮਾਗ ਵਿੱਚ ਬੈਠਦੀ ਹੈ।
ਤੋਂ ਵੱਡਾ ਭਾਰੀ ਕੰਮ ਸੀਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖਣਾ ਸੀ। ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਲਗਭਗ 1 ਸਾਲ ਦੇ ਭਰ ਇੱਥੇ ਬਹਿਣਾ ਸੀ। ਸਿੱਖਾਂ ਨੇ ਕੋਈ ਕਸਰ ਨਹੀਂ ਛੱਡੀ। ਬਹੁਤ ਸੋਹਣੀ ਬਰਾਬਰ ਕਰਕੇ ਥਾਂ ਹਰੇ ਭਰੇ ਬੂਟਿਆਂ ਦੇ ਵਿਚਕਾਰ ਤੰਬੂ ਲਾਏ। ਉਹਦੇ ਵਿੱਚ ਗੁਲਾਬ ਦਾ ਜਲ ਛਿੜਕਿਆ, ਰੂਹ ਕੇਵੜਾ ਛਿੜਕਿਆ, ਚੰਦਨ ਕੇਸਰ ਇਹਨਾਂ ਚੀਜ਼ਾਂ ਦਾ ਛਿੜਕਾਓ ਕੀਤਾ। ਬੂਟੇ ਬੜੇ ਸੋਹਣੇ ਸੋਹਣੇ ਲਾਏ ਆਲੇ ਦੁਆਲੇ ਫੁੱਲਾਂ ਵਾਲੇ। ਹਾਂਜੀ, ਵਰਨ ਵਰਨ ਕੇ ਫੂਲ ਪ੍ਰਫੁੱਲਿਤ, ਬਹੁਤ ਰੰਗ ਰੰਗ ਦੇ ਫੁੱਲ ਜਿਨ੍ਹਾਂ ਨੂੰ ਲੱਗਣਗੇ। ਇਹੋ ਜਿਹਾ ਸੋਹਣਾ ਵਾਤਾਵਰਨ ਹੋਵੇਗਾ ਕਿਉਂਕਿ ਮਹਾਰਾਜ ਨੇ ਇੱਥੇ ਬਾਣੀ ਲਿਖਣੀ ਹੈ। ਬਾਣੀ ਲਿਖਣ ਦਾ ਕੰਮ ਬੜਾ ਧਿਆਨ ਵਾਲਾ ਹੁੰਦਾ। ਉਹਦੇ ਵਾਸਤੇ ਵਾਤਾਵਰਨ ਵੀ ਬੜਾ ਸਵੱਛ ਚਾਹੀਦਾ ਹੈ। ਹਾਂਜੀ, ਵਾਯੁ ਬਹਿਤ ਸਾਖਾ ਜਿਨ ਝੁੱਲਿਤ, ਕਹਿੰਦੇ ਜਦੋਂ ਵਾਯੂ ਚੱਲਦੀ ਹੈ ਤੇ ਉਹਨਾਂ ਦੇ ਦਰਖਤਾਂ ਦੇ ਟਾਹਣੇ, ਉਹਨਾਂ ਦੀਆਂ ਟਾਹਣੀਆਂ ਹਿਲਦੀਆਂ ਨੇ ਤੇ ਬੜੀ ਸੋਹਣੀ ਸੋਹਣੀ ਆਵਾਜ਼ ਆਉਂਦੀ ਹੈ। ਤੇ ਫੁੱਲ ਵੀ ਇਹੋ ਜਿਹੇ ਨੇ ਜਿਨ੍ਹਾਂ ਦੀ ਮਹਿਕ ਆਉਂਦੀ, ਖੁਸ਼ਬੂ ਆਉਂਦੀ, ਜਿਵੇਂ ਗੁਲਾਬ ਤੇ ਹੋਰ ਬੜੇ ਸੋਹਣੇ ਫੁੱਲ ਹਨ ਚਮੇਲੀ ਦੇ। ਸਕਦ ਸਥਲ ਤੇ ਰੇਣ ਦਬਾਈ, ਸਾਰੇ ਪਾਸਿਓਂ ਮਿੱਟੀ ਜਿਹੜੀ ਹੈ ਉਹ ਸਾਧ ਸੰਗਤ ਜੀ ਦਬਾ ਦਿੱਤੀ ਹੈ ਜਲ ਛਿੜਕ ਕੇ। ਕੰਟਕ ਸ਼ੁਸ਼ਕ ਸੋ ਤ੍ਰਿਣਨ ਹਟਾਈ, ਔਰ ਕੰਡੇ ਜਿਹੜੇ ਸਨ ਸੁੱਕੇ ਟਾਹਣੀਆਂ ਟੂਣੀਆਂ ਜੀਆਂ ਖਿਲਰੀਆਂ ਹੁੰਦੀਆਂ ਨੇ ਉਹ ਚੁੱਕ ਕੇ ਬਾਹਰ ਦੂਰ ਸੱਟ ਦਿੱਤੀ। ਪਹਿਲਾਂ ਸਾਰੀ ਸਫਾਈ ਕੀਤੀ, ਕੋਈ ਕੰਡਾ ਨਾ ਲੱਗ ਜੇ ਕਿਸੇ ਨੂੰ, ਸਾਫ਼ ਕੀਤਾ। ਉਹ ਨਿੱਕੇ ਨਿੱਕੇ ਡੱਕੇ ਡੁੱਕੇ ਟੁੱਟੇ ਹੁੰਦੇ ਆ ਕੰਡਿਆਂ ਕੁੰਡਿਆਂ ਵਾਲੇ, ਉਹ ਸਾਰੇ ਪੱਤੇ ਸਾਫ਼ ਕਰਕੇ ਪੂਰਾ ਵਾਤਾਵਰਨ ਐਨ ਸਫਾਈ ਕਰਤੀ ਆਲੇ ਦੁਆਲੇ ਦੂਰ ਦੂਰ ਤਾਈਂ। ਹਾਂਜੀ, ਫਲਕਨਾਥ ਅੰਤਰ ਬਰ ਚੇਤਾ, ਤੇ ਕਨਾਤ ਦੇ ਅੰਦਰ ਜਿਹੜੀ ਥਾਂ ਸੀ ਜਿਹਦੇ ਵਿੱਚ ਮਹਾਰਾਜ ਦਾ ਤੰਬੂ ਲੱਗਣਾ ਸੀ, ਜਿੱਥੇ ਮਹਾਰਾਜ ਨੇ ਬਿਰਾਜਣਾ ਸੀ, ਜਾਂ ਦੂਜੇ ਤੰਬੂ 'ਚ ਗੁਰੂ ਗ੍ਰੰਥ ਸਾਹਿਬ ਲਿਖਣਾ ਸੀ, ਉਹ ਜਗ੍ਹਾ ਵੀ ਬਹੁਤ ਹੀ ਸੁੰਦਰ ਬਣਾਈ ਗਈ। ਹਾਂਜੀ, ਛਾਇਓ ਰਚਰ ਫਰਸ਼ ਤੇ ਤੇਤਾ, ਉਹ ਤੰਬੂ ਏਦਾਂ ਲੱਗਦਾ ਸੀ ਜਿਵੇਂ ਸੱਚੀ ਮੁੱਚੀ ਮਕਾਨ ਹੀ ਕੋਈ ਚੰਗਾ ਵਧੀਆ ਕਮਰਾ ਤਿਆਰ ਕੀਤਾ ਹੋਵੇ। ਉਹਦੇ ਵਿੱਚ ਬਹੁਤ ਸੁੰਦਰ ਵਧੀਆ ਲਾ ਕੇ ਛਾਇਓ ਰੁਚਰ ਫਰਸ਼ ਤੇ ਤੇਤਾ, ਸੋਹਣਾ ਫਰਸ਼ ਵਿਛਾਇਆ ਹੈ। ਤੰਬੂ ਕੇ ਅੰਤਰ ਚੰਦੋਵਾ, ਤੇ ਤੰਬੂ ਦੇ ਅੰਦਰ ਫਿਰ ਚੰਦੋਆ ਲਾਇਆ, ਚਾਨਣੀ ਬੜੀ ਸੋਹਣੀ ਲਾਈ ਹੈ ਜਿਹਦੇ ਥੱਲੇ ਮਹਾਰਾਜ ਦੀ ਬਾਣੀ ਲਿਖਣੀ ਹੈ। ਹਾਂਜੀ, ਝਾਲਰਦਾਰ ਝਲਕ ਤੋਂ ਹੋਵਾ, ਝਾਲਰ ਵਾਲਾ ਸੋਹਣਾ ਚੰਦੋਆ ਲਾਇਆ ਹੈ। ਰੇਸ਼ਮ ਡੋਰ ਬੰਦ ਕਰ ਤਾਨਾ, ਤੇ ਉਹਨੂੰ ਰੇਸ਼ਮ ਦੀਆਂ ਡੋਰਾਂ ਨਾਲ ਤਾਣ ਦਿੱਤਾ, ਕੱਸ ਕੇ ਬੰਨ ਦਿੱਤਾ ਹੈ। ਜਰੀ ਚਿੱਤਰ ਚਿੱਤਰਤ ਜਿਹ ਨਾਨਾ, ਔਰ ਜਰੀਦਾਰ ਸੁੰਦਰ ਕਢਾਈ ਬੂਟੇ ਵੇਲਾਂ ਉਸ ਚੰਦੋਏ ਤੇ ਪਾਏ ਹੋਏ ਹਨ। ਰੰਗਦਾਰ ਅੰਬਰ ਲੈ ਔਰ, ਤੇ ਬੜੇ ਰੰਗਦਾਰ ਸੋਹਣੇ ਕੱਪੜੇ ਲੈ ਕੇ। ਤੰਬੂ ਕੇ ਅੰਤਰ ਚਹੂ ਔਰ, ਤੰਬੂ ਦੇ ਅੰਦਰ ਸੋਹਣੀਆਂ ਫੁਲਕਾਰੀਆਂ ਵੱਖਰੇ ਤੌਰ ਤੇ ਏਦਾਂ ਲਾਤੀਆਂ ਨੇ ਵੀ ਰੰਗਦਾਰ ਕੰਧਾਂ ਨਜ਼ਰ ਆਉਣ, ਇੰਜ ਲੱਗੇ ਵੀ ਤੰਬੂ ਨਹੀਂ ਹੈ, ਮਾਨੋ ਕੋਈ ਰੰਗਦਾਰ ਕਮਰਾ ਹੈ। ਇੰਨੀ ਸੋਹਣੀ ਸਜਾਵਟ ਗੁਰੂ ਕੇ ਸਿੱਖਾਂ ਨੇ ਉਸ ਕਮਰੇ ਦੀ ਕੀਤੀ ਹੈ ਜਿਸ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਲਿਖੀ ਜਾਣੀ ਹੈ। ਹਾਂਜੀ, ਗੋਲ ਸਰਲ ਸੁੰਦਰ ਸੁਭ ਰੰਗ, ਬੜਾ ਸੋਹਣਾ ਤੰਬੂ ਲੱਗ ਗਿਆ ਹੈ। ਖਰੀ ਖਰੀ ਦਵੈ ਚੋਭ ਉਤੰਗ, ਤੇ 2 ਗੋਲ ਸੋਹਣੀਆਂ ਸੁੰਦਰ ਚੋਭਾਂ ਖੜੀਆਂ ਕੀਤੀਆਂ ਹਨ। ਉੱਪਰ ਕਲਸ਼ ਸੁਨਹਿਰੀ ਸੋਭਾ, ਔਰ ਤੰਬੂ ਦੇ ਉੱਪਰ ਕਲਸ਼ ਲਾਇਆ ਹੈ, ਜਿਵੇਂ ਗੁੰਬਜ ਲਾਈਦਾ ਨਾ, ਏਦਾਂ ਸੁਨਹਿਰੀ ਕਲਸ਼ ਲਾਇਆ ਹੈ। ਜਨ ਜੁਗ ਕਮਲ ਕਲੀ ਛਬ ਲੋਭਾ, ਮਨ 2 ਕਮਲ ਹੀ ਖੇੜੇ ਹੋਣ, ਇਸ ਤਰ੍ਹਾਂ ਦੇ 2 ਸੁੰਦਰ ਚੋਭਾਂ ਵਾਲੇ ਤੰਬੂ ਲਾਏ ਹਨ। ਐਸੋ ਥਾਨ ਕੀਨ ਰਮਨੀਕੋ, ਇਹੋ ਜਿਹਾ ਰਮਣੀਕ ਸੋਹਣਾ ਥਾਂ ਬਣਾਇਆ ਹੈ ਜਿਹ ਦੇਖਤ ਹੋਏ ਆਨੰਦ ਜੀ ਕੋ, ਜਿਹਨੂੰ ਵੇਖ ਕੇ ਮਨ ਨੂੰ ਆਨੰਦ ਮਿਲਦਾ ਹੈ। ਰਾਖੇ ਕੇਤਕ ਦਾਸ ਬਿਠਾਏ, ਕੁਝ ਸੇਵਾਦਾਰ ਉੱਥੇ ਬਿਠਾ ਦੇ, ਰਾਤ ਨੂੰ ਵੀ ਕੋਈ ਆ ਕੇ ਕੋਈ ਪਸ਼ੂ ਪੰਛੀ ਜਾਂ ਕੋਈ ਜਾਨਵਰ ਤੰਬੂਆਂ ਦੇ ਵਿੱਚ ਵੜ ਕੇ ਬੇਅਦਬੀ ਨਾ ਕਰੇ, ਕੋਈ ਸਫਾਈ 'ਚ ਵਿਘਨ ਨਾ ਪਵੇ। ਉੱਥੇ ਕੁਝ ਸੇਵਾਦਾਰ ਪੱਕੇ ਤੌਰ ਤੇ ਭਾਈ ਗੁਰਦਾਸ ਜੀ ਨੇ ਛੱਡ ਦੇ ਵੀ ਤੁਸੀਂ ਇੱਥੇ ਖਿਆਲ ਰੱਖਣਾ, ਜਿੰਨਾ ਚਿਰ 5ਵੇਂ ਪਾਤਸ਼ਾਹ ਨਹੀਂ ਆਉਂਦੇ
ਉਹਨਾਂ ਚਿਰ ਤੁਸੀਂ ਇੱਥੇ ਖਿਆਲ ਰੱਖੋ। ਗੁਰ ਢਿਗ ਤਬ ਗੁਰਦਾਸ ਸਿਧਾਏ। ਇਹਨਾਂ ਤੰਬੂਆਂ ਨੂੰ ਪੂਰੀ ਤਰ੍ਹਾਂ ਸਜਾ ਕੇ, ਪੂਰੀ ਤਰ੍ਹਾਂ ਸੈਟਿੰਗ ਕਰਾ ਕੇ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਕੋਲ ਗਏ ਹਨ। ਪੁੱਤ ਸ੍ਰੀ ਅਰਜਨ ਢਿਗ ਪੋਥੀਨ। ਉਧਰ ਗੁਰੂ ਅਰਜਨ ਦੇਵ ਜੀ ਪੋਥੀਆਂ ਦੇ ਕੋਲ ਬੈਠੇ ਹੋਏ ਨੇ। ਉਹ ਪੋਥੀਆਂ ਜਿਹੜੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਲੈ ਕੇ ਆਏ ਨੇ। ਹਾਂਜੀ, ਪ੍ਰੇਮ ਕਰ ਭਾਉ ਪ੍ਰਵੀਨ। ਬਹੁਤ ਪ੍ਰੇਮ ਕਰਦੇ, ਪੋਥੀਆਂ ਦੇ ਕੋਲ ਹੀ ਸੌਂਦੇ, ਰਾਤ ਨੂੰ ਵੀ ਉੱਥੇ ਹੀ ਰਹਿੰਦੇ, ਇੱਕ ਮਿੰਟ ਵੀ ਦੂਰ ਨਹੀਂ ਹੁੰਦੇ ਗੁਰਬਾਣੀ ਦੇ ਖਜ਼ਾਨੇ ਤੋਂ। ਹਾਂਜੀ, ਬੈਠ ਥੜੇ ਦੀਵਾਨ ਲਗਾਵੇ। ਮਹਾਰਾਜ ਥੜੇ ਦੇ ਕੋਲ ਪੋਥੀਆਂ ਉੱਤੇ ਪਾਲਕੀ ਵਿੱਚ ਹਨ ਤੇ ਉੱਥੇ ਦੀਵਾਨ ਲਾ ਲੈਂਦੇ ਹਨ। ਸਭ ਸੰਗਤ ਕੋ ਦਰਸ ਦਿਖਾਵੇ। ਸਭ ਸੰਗਤ ਨੂੰ ਗੁਰੂ ਅਰਜਨ ਦੇਵ ਜੀ ਦਰਸ਼ਨ ਦਿੰਦੇ ਹਨ। ਜਾਏ ਕੀਨ ਅਰਦਾਸ ਅਗਾਰੀ। ਭਾਈ ਗੁਰਦਾਸ ਜੀ ਥੜੇ ਸਾਹਿਬ ਤੇ ਪਹੁੰਚੇ ਤੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਸ੍ਰੀ ਗੁਰ ਭਇਓ ਸਥਾਨ ਤਿਆਰੀ। ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਨਾਲ ਬਹੁਤ ਸੁੰਦਰ ਤੰਬੂ ਲੱਗ ਗਏ ਹਨ, ਬੜੀ ਸੋਹਣੀ ਜਗ੍ਹਾ ਤਿਆਰ ਹੋ ਗਈ ਹੈ। ਚਾਹੁੰ ਦਿਸ ਤੇ ਰਮਣੀਕ ਬਨਾਵਾ। ਬੜਾ ਸੋਹਣਾ ਰਮਣੀਕ ਸਥਾਨ ਚਾਰੇ ਪਾਸਿਓਂ ਇੱਕੋ ਜਿਹਾ ਬਣਾਇਆ ਹੈ। ਰਿੰਦ ਸਰੋਵਰ ਜੈ ਦ੍ਰਿਸ਼ਟਾਵਾਂ। ਜਿੱਥੇ ਬਹੁਤ ਸਾਰੇ ਦਰਖਤ ਲੱਗੇ ਹੋਏ ਨੇ ਔਰ ਆਪ ਜੀ ਚੱਲ ਕੇ ਦੇਖੋ, ਦੇਖ ਕੇ ਆਪ ਪ੍ਰਸੰਨ ਹੋਵੋਗੇ। ਬਹੁਤ ਹਰੀ ਭਰੀ ਥਾਂ ਤੇ ਤੰਬੂ ਲਾਏ ਨੇ। ਸੁਨ ਸ੍ਰੀ ਅਰਜਨ ਸਭ ਪੋਥੀਨ। ਇਹ ਸੁਣ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਰੀਆਂ ਪੋਥੀਆਂ ਨੂੰ ਲੈ ਗਮਨੇ ਉਤਸਾਹੋ ਸੁਕੀਨ। ਬੜੇ ਪ੍ਰਸੰਨ ਹੋ ਕੇ ਮਹਾਰਾਜ ਸਾਹਿਬ ਜੀ ਲੈ ਕੇ ਪੋਥੀਆਂ ਖਾਸੇ ਕੋ ਉਚਵਾਏ ਚਲੇ ਹੈ। ਪਾਲਕੀ ਪੋਥੀਆਂ ਵਾਲੀ ਚੁਕਵਾ ਕੇ ਚੱਲ ਪਏ। ਦੋਹੇ ਜਿਸ ਸੁੰਦਰ ਚੰਬਲ ਢੁਲੇ ਹੈ। ਬੜੇ ਸੋਹਣੇ ਚੌਰ ਝੂਲਦੇ ਉੱਤੇ ਦੋਵੇਂ ਪਾਸੇ ਪਾਲਕੀ ਦੇ ਦੋ ਸਿੱਖਾਂ ਨੇ ਚੌਰ ਫੜੇ ਹੋਏ ਨੇ ਤੇ ਦੋ ਸਿੱਖ ਚੌਰ ਕਰਦੇ ਨੇ, ਚਾਰਾਂ ਨੇ ਮੋਢੇ ਤੇ ਪਾਲਕੀ ਚੁੱਕੀ। ਵਾਰੀ ਵਾਰੀ ਸਿੱਖ ਪਾਲਕੀ ਦੇ ਸਿੱਖ ਥੱਲੇ ਮੋਢਾ ਬਦਲ ਲੈਂਦੇ ਨੇ। ਸ਼ਬਦ ਪੜ੍ਹਦੇ ਹੋਏ ਪੋਥੀਆਂ ਲੈ ਕੇ ਸ੍ਰੀ ਰਾਮਸਰ ਸਾਹਿਬ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹੈ, ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਦਰਬਾਰ ਦੇ ਲਾਗੇ ਵਿਵੇਕਸਰ ਦੇ ਤੇ ਬਾਬਾ ਦੀਪ ਸਿੰਘ ਦੇ ਵਿਚਕਾਰ ਇੱਕ ਸੜਕ ਵੀ ਲੰਘਦੀ ਹੈ, ਜਿੱਥੇ ਬਾਬਾ ਜੀ ਦੀਪ ਸਿੰਘ ਜੀ ਦਾ ਸਥਾਨ ਹੈ। ਉਹਦੇ ਬਿਲਕੁਲ ਨਾਲ ਇਹ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਰਾਮਸਰ। ਰਾਮਸਰ ਸਰੋਵਰ ਦਾ ਨਾਮ ਹੈ, ਨਾਲ ਹੀ ਗੁਰਦੁਆਰਾ ਰਾਮਸਰ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਟਿੰਗ ਪ੍ਰੈਸ ਵੀ ਉੱਥੇ ਲਾਈ ਹੋਈ ਹੈ। ਜਿੱਥੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ, ਉੱਥੇ ਹੀ ਹੁਣ ਬੜੀ ਵੱਡੀ 10-12 ਮੰਜ਼ਿਲ ਉੱਪਰ ਗੁਰਦੁਆਰਾ ਬਣਾ ਕੇ ਇੱਕ ਥੱਲੇ ਦਰਬਾਰ ਹੈ। ਬਾਕੀ ਸਾਰੀ ਬਿਲਡਿੰਗ ਦੇ ਵਿੱਚ ਮਹਾਰਾਜ ਦਾ ਸਰੂਪ, ਗੁਰਬਾਣੀ ਦੀਆਂ ਪੋਥੀਆਂ ਗੁੱਟ ਕੇ ਉੱਥੇ ਛਪਦੇ ਹਨ। ਉੱਥੇ ਹੀ ਗੁਰਬਾਣੀ ਪ੍ਰਿੰਟਿੰਗ ਪ੍ਰੈਸ ਸ਼੍ਰੋਮਣੀ ਕਮੇਟੀ ਦੀ ਹੈ। ਸਾਧ ਸੰਗਤ ਜੀ, ਜਦੋਂ ਅੰਮ੍ਰਿਤਸਰ ਸਾਹਿਬ ਜਾਓ, ਜਿੱਥੇ ਆਪ ਜੀ ਹਰਿਮੰਦਰ ਸਾਹਿਬ ਮੱਥਾ ਟੇਕਦੇ ਹੋ, ਉੱਥੇ ਕੌਲਸਰ, ਵਿਵੇਕਸਰ, ਸੰਤੋਖਸਰ ਤੇ ਰਾਮਸਰ, ਇਹਨਾਂ ਸਰੋਵਰਾਂ ਦੇ ਵੀ ਦਰਸ਼ਨ ਜ਼ਰੂਰ ਕਰਿਆ ਕਰੋ। ਇਹ ਇਤਿਹਾਸ ਹੈ ਆਪਣਾ। ਰਾਮਸਰ ਦਾ ਬੜਾ ਵੱਡਾ ਇਤਿਹਾਸ ਹੈ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਔਰ ਸੁਖਮਨੀ ਸਾਹਿਬ ਉੱਥੇ ਉਚਾਰਨ ਕੀਤੀ। ਬਹੁਤ ਸਾਰੀ ਬਾਣੀ ਗੁਰੂ ਜੀ ਨੇ ਉੱਥੇ ਉਚਾਰਨ ਕੀਤੀ ਤੇ ਭਗਤਾਂ ਮਹਾਂਪੁਰਸ਼ਾਂ ਭੱਟਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ। ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੂਰਨ ਕਰਕੇ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕੀਤਾ। ਉੱਥੇ ਪੋਥੀਆਂ ਲੈ ਕੇ ਗੁਰੂ ਮਹਾਰਾਜ ਸਾਹਿਬ ਜੀ ਕਿਸ ਤਰ੍ਹਾਂ ਗਏ, ਅੱਗੇ ਆਪਾਂ ਉਹ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।